ਇੱਕ ਜੰਮੀ ਫਿਰ ਦੂਜੀ ਜੰਮੀ ਤੀਜੀ ਵਾਰੀ ਮੇਰੀ ਆਈ। ਇੱਕ ਜੰਮੀ ਫਿਰ ਦੂਜੀ ਜੰਮੀ ਤੀਜੀ ਵਾਰੀ ਮੇਰੀ ਆਈ। ਦੁਨੀਆ ਆਖਿਆ ਇਹ ਤਾਂ ਕੰਡਿਆਲੀ ਥੋਰ ਹੈ ਆਈ। ਦੁਨੀਆ ਆਖੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ ਹੈ ਸਾਡੇ ਨਵੇਂ ਵਲੌਗ ਵਿੱਚ। ਇਹ ਵਲੌਗ ਮੈਂ ਕਿੰਨੇ ਦਿਨਾਂ ਬਾਅਦ ਬਣਾ ਰਹੀ ਹਾਂ, ਇੱਦਾਂ ਹੀ ਬਣਦਾ ਆ ਕਾਫੀ ਦਿਨਾਂ ਬਾਅਦ। ਤੇ ਸਾਰੇ ਜਾਣਿਆਂ ਦਾ ਕੀ ਹਾਲ ਚਾਲ ਆ ਜੀ? ਸਾਰੇ ਠੀਕ ਨੇ? ਫੋਨ 'ਚ ਤੁਸੀਂ ਦੱਸ ਨਹੀਂ ਸਕਦੇ, ਕਮੈਂਟ ਕਰਕੇ ਦੱਸ ਸਕਦੇ ਆ ਕਿ ਸਾਰੇ ਠੀਕ ਠਾਕ ਆ, ਵਧੀਆ ਆ, ਫਸਟ ਕਲਾਸ ਆ। ਆਪਾਂ ਵੀ ਫਸਟ ਕਲਾਸ ਆ, ਹੈ ਨਾ। ਇਸ ਵਲੌਗ ਵਿੱਚ ਮੈਂ ਨਾ ਇੱਕ ਪੋਇਮ ਬਾਰੇ ਜ਼ਿਕਰ ਕਰਨਾ ਚਾਹੁੰਦੀ ਹਾਂ। ਮੈਂ ਉਹ ਇੰਸਟਾ 'ਤੇ ਪੋਇਮ ਪਾਈ ਆ, ਪਰ ਮੈਂ ਉਹ ਉੱਥੇ ਪਾਈ 3 ਪਾਰਟਸ ਵਿੱਚ। ਉਹ ਪੋਇਮ ਆ ਕੈਕਟਸ। ਕੈਕਟਸ ਜਿਹੜੀ ਪੋਇਮ ਆ ਕੈਕਟਸ, ਉਹ ਪੋਇਮ ਲਿਖੀ ਗਈ ਸੀਗੀ 92 ਜਾਂ 3 ਵਿੱਚ। ਮੈਂ ਉਹ ਬੋਲੀ ਸੀ ਆਪਣੇ ਯੂਥ ਫੈਸਟੀਵਲ ਵਿੱਚ, ਹੈ ਨਾ। ਅਤੇ ਉੱਥੇ ਉਹਨੂੰ ਫਸਟ ਅਵਾਰਡ ਮਿਲਿਆ, ਇੰਟਰ ਯੂਨੀਵਰਸਿਟੀ ਫਸਟ ਮਿਲਿਆ, ਬੜੀ ਫੇਮਸ ਹੋਈ ਉਹ ਪੋਇਮ। ਉਹਦੇ ਵਿੱਚ ਸੀਗਾ ਕਿ ਜਦੋਂ ਉਹਦੇ ਵਿੱਚ ਮੁੰਡੇ ਅਤੇ ਕੁੜੀ ਦਾ ਜਿੱਦਾਂ ਆਪਾਂ ਦੱਸਿਆ ਕਿ ਕੁੜੀ ਨੂੰ ਜਾਂ ਤਾਂ ਕੈਕਟਸ, ਪੱਥਰ, ਹੈ ਨਾ, ਹੋਰ ਪਤਾ ਨਹੀਂ ਕੀ ਕੀ, ਆਕਿਆ, ਪੱਥਰ ਆ, ਪਤਾ ਨਹੀਂ ਕੀ ਕੀ ਬੋਲਿਆ ਜਾਂਦਾ, ਹੈ ਨਾ। ਧਰੇਕ, ਡੇਕ, ਧਰੇਕ ਬੋਲਦਾ, ਕੋਈ ਡੇਕ ਬੋਲਦਾ। ਅਤੇ ਤਾਂ ਮਤਲਬ ਇਹ ਸਾਡੇ ਸਮਾਜ ਵਿੱਚ ਮੁੰਡੇ ਅਤੇ ਕੁੜੀ ਦਾ ਜਿਹੜਾ ਫਰਕ ਚੱਲ ਰਿਹਾ, ਇਹ ਕਿਸ ਦਿਨ ਖਤਮ ਹੋਏਗਾ? ਹਾਲੇ ਵੀ ਚੱਲਦਾ। ਦਹੇਜ ਦੀ ਬਲੀ ਚੜ੍ਹਦੀਆਂ ਕੁੜੀਆਂ, ਟੌਰਚਰ ਸਹਿੰਦੀਆਂ। ਅਤੇ ਮਾਂ ਪਿਓ ਜਿਹੜੇ ਆ, ਕੁੜੀਆਂ ਦੇ ਮਾਂ ਪਿਓ, ਉਹਨਾਂ ਨੂੰ ਹੁੰਦਾ ਕਿ ਅਸੀਂ ਕੁੜੀ ਵਿਆਹੀ ਆ, ਇਹ ਉੱਥੇ ਵਸੇ, ਹੈ ਨਾ, ਖੁਸ਼ ਰਵੇ। ਚਲੋ ਜੇ ਬਾਈ ਚਾਂਸ ਕੁੜੀ ਜ਼ਿਆਦਾ ਤੰਗ ਵੀ ਆ, ਉਹਨੂੰ ਟੌਰਚਰ ਕੀਤਾ ਜਾਂਦਾ ਆ, ਅਤੇ ਮਾਂ ਪਿਓ ਲੋਕਾਂ ਦੇ ਡਰਾਉਣ ਨੂੰ ਲੈ ਕੇ ਨਹੀਂ ਆਉਂਦੇ ਵਾਪਸ। ਚਲੋ ਇਹ ਤਾਂ ਹਰੇਕ ਮਾਂ ਪਿਓ ਦੀ ਇੱਛਾ ਹੁੰਦੀ ਆ। ਕੁੜੀ ਦਾ ਵਿਆਹ ਕਰਦੇ ਆ, ਆਪਣੀ ਜਮ੍ਹਾਂ ਪੂੰਜੀ ਸਾਰੀ ਲਾ ਦਿੰਦੇ ਆ ਵਿਆਹ 'ਤੇ। ਮੁੰਡਿਆਂ ਦੇ ਵਿਆਹ 'ਤੇ ਵੀ ਲਾਉਂਦੇ ਆ, ਕੁੜੀ ਦੇ ਵਿਆਹ 'ਤੇ ਡਿਮਾਂਡਸ ਪੂਰੀਆਂ ਕਰਨੀਆਂ ਹੁੰਦੀਆਂ ਨੈਕਸਟ ਫੈਮਲੀਜ਼ ਦੀਆਂ, ਹੈ ਨਾ। ਮਿਲਣੀਆਂ ਚਾਚੇ, ਤਾਏ, ਮਾਮੇ, ਭੂਆ, ਮਾਸੀਆਂ, ਮਾਸੜ, ਇੱਥੋਂ ਤੱਕ ਕਿ ਕਈ ਜਗ੍ਹਾ 'ਤੇ ਮੈਂ ਦੇਖਿਆ ਕਿ ਜਿਹੜੇ ਪਿੰਡ ਦਾ ਨੰਬਰਦਾਰ, ਪਿੰਡ ਦਾ ਸਰਪੰਚ, ਉਹਦੀ ਮਿਲਣੀ ਵੀ ਕਰਾਉਣੀ ਆ। ਕਿਉਂ? ਤੁਸੀਂ ਕੁੜੀ ਵਾਲਿਆਂ 'ਤੇ ਉਹ ਭਾਰ ਕਿਉਂ ਪਾਉਂਦੇ ਹੋ? ਤੁਸੀਂ ਪਾਓ ਉਹਨਾਂ ਨੂੰ ਮੁੰਦੀਆਂ ਜਿਹੜੀਆਂ ਪਾਉਣੀਆਂ। ਠੀਕ ਆ, ਕੁੜੀ ਵਾਲੇ ਮਾਣ ਸਤਿਕਾਰ ਕਰਦੇ ਆ, ਮੁੰਡੇ ਦੀ ਮੰਮੀ ਦਾ, ਡੈਡੀ ਦਾ, ਭਰਾ ਹੋਵੇ, ਭੈਣ ਹੋਵੇ, ਹੈ ਨਾ, ਮਾਣ ਸਤਿਕਾਰ ਉਹਨਾਂ ਨੂੰ ਕਰਨ ਦਿਓ। ਉਹ ਜਿੰਨਾ ਕਰਦੇ ਆ, ਉਹਨਾਂ ਨੇ ਉਹ ਕਰਨਾ ਆਪਣੇ ਬੱਚੇ ਲਈ। ਇਹ ਚੀਜ਼ ਖਤਮ ਕਰੋ ਕਿ ਇੱਕ ਜਿੰਨੀਆਂ ਜ਼ਿਆਦਾ ਮਿਲਦੀਆਂ ਕਰੋਗੇ ਉਨੀ ਜ਼ਿਆਦਾ ਤੁਹਾਡੀ ਪ੍ਰੈਸਟੀਜ ਬਣਦੀ ਆ। ਨਹੀਂ, ਇੱਦਾਂ ਨਹੀਂ ਹੁੰਦਾ। ਤੁਸੀਂ ਜੋ ਦੇਣਾ ਆਪਣੇ ਬੱਚੇ ਨੂੰ ਦਿਓ। ਅਤੇ ਮੁੰਡੇ ਵਾਲਿਆਂ ਨੂੰ ਵੀ ਇਹ ਚੀਜ਼ਾਂ ਚਾਹੀਦੀਆਂ ਕਿ ਤੁਸੀਂ ਜੋ ਦੇਣਾ ਚਾਹੁੰਦੇ ਹੋ ਆਪਣੇ ਬੱਚੇ ਨੂੰ ਦਿਓ। ਵੈਸੇ ਤਾਂ ਅੱਜ ਕੱਲ੍ਹ ਕੁੜੀਆਂ ਦੀ ਵੀ ਪੜ੍ਹਾਈ 'ਤੇ ਉਨਾ ਹੀ ਖਰਚਾ ਹੁੰਦਾ, ਮੁੰਡਿਆਂ ਦੀ ਪੜ੍ਹਾਈ 'ਤੇ ਵੀ ਉਨਾ ਹੀ ਖਰਚਾ ਹੁੰਦਾ। ਪੁਰਾਣੇ ਟਾਈਮ 'ਚ ਸੀਗਾ ਕਿ ਕੁੜੀਆਂ ਨੂੰ ਘਰ ਦੇ ਕੰਮ ਸਿਖਾਉਂਦੇ ਸੀ, ਕਢਾਈ ਸਿਖਾਤੀ, ਬੁਣਾਈ ਸਿਖਾਤੀ, ਦਰੀਆਂ ਬੁਣਨੀਆਂ, ਨਾਲੇ ਬੁਣਨੇ, ਇਹ ਵੋ, ਖਾਣਾ ਬਣਾਉਣਾ, ਸਭ ਕੁਛ, ਐਵਰੀਥਿੰਗ। ਉਹ ਵਿਆਹੁੰਦੇ ਸੀਗੇ, ਦਾਜ ਦਹੇਜ ਇਸ ਲਈ ਦਿੰਦੇ ਸੀ ਕਿ ਕੁੜੀ ਨੂੰ ਪ੍ਰੋਪਰਟੀ 'ਚੋਂ ਹਿੱਸਾ ਨਹੀਂ ਸੀ ਦਿੰਦੇ, ਹੈ ਨਾ। ਉਹਨਾਂ ਨੇ ਕੁੜੀ ਨੂੰ ਦਾਜ ਦਹੇਜ ਦੇ ਤੌਰ 'ਤੇ ਇਸ ਲਈ ਸਮਾਨ ਦੇਣਾ ਕਿ ਸਾਡੀ ਕੁੜੀ ਨੂੰ ਅਗਲੇ ਘਰ ਜਾ ਕੇ ਤੰਗੀ ਨਾ ਆਵੇ। ਉਹਦੇ ਵਿੱਚ ਵੀ ਕੀ ਹੁੰਦਾ ਸੀਗਾ ਕਿ ਮਾਸੀ ਨੇ 2 ਬਿਸਤਰੇ ਦੇਣੇ ਆ, ਮਾਮੇ ਨੇ 20 ਭਾਂਡੇ ਦੇਣੇ ਆ, ਕੋਈ ਭਾਂਡਾ ਲੈ ਆਉਂਦਾ ਸੀ, ਕਿਸੇ ਨੇ ਸਿਲਾਈ ਮਸ਼ੀਨ ਦੇ ਦੇਣੀ, ਕਿਸੇ ਨੇ ਕੁਛ ਦੇ ਦੇਣਾ, ਕਿਸੇ ਨੇ ਮੰਜੇ ਦੇ ਦੇਣੇ, ਕਿਸੇ ਨੇ ਮੱਝ ਦੇ ਦੇਣੀ। ਰਿਸ਼ਤੇਦਾਰ ਇੱਦਾਂ ਮਿਲ ਜੁਲ ਕੇ ਨਾ ਹੈਲਪ ਕਰਦੇ ਸੀ, ਅਤੇ ਉਹ ਕੁੜੀ ਨੂੰ ਉਹ ਕੁੜੀ ਦੇ ਨਾਲ ਸਮਾਨ ਦਿੱਤਾ ਜਾਂਦਾ ਸੀਗਾ। ਇਹ ਜਿਹੜਾ ਦਾਜ ਦਹੇਜ ਵਾਲਾ ਸਿਸਟਮ ਆ, ਇਹ ਪਤਾ ਨਹੀਂ ਕਦੋਂ ਤੋਂ ਇੱਦਾਂ ਸ਼ੁਰੂ ਹੋ ਗਿਆ ਕਿ, ਹੈ ਨਾ, ਆਹ ਦੇਣਾ ਜੀ, ਕਾਰ ਦਿਓ ਜੀ, ਮੋਟਰਸਾਈਕਲ ਦਿਓ ਜੀ,
पैसे दिओ जी, कैश दिओ जी, सोना जी फलाने, साडे जवाई नूं भी पाओ मुंदी, साडे जवाई दे प्यो नूं भी पाओ मुंदी, साडे मासड़ नूं भी पाओ, मामियां नूं भी पाओ, मामियां नूं भी पाओ। ये चीज़ां खत्म होणीਆਂ ਚਾਹੀਦੀਆਂ। चलो आपां जिहड़ा मुद्दा सीगा उस तो थोड़ा जिहा दूर चले गए। कैक्टस पोएम जिहड़ी है ना, मैं वीडियो कट के फिर दोबारा बनाऊँगी, बहुत लंबी हो जानी। अच्छा चलो आपां ना टॉपिक ते आउने आ पोएम वाले ते। ਇਹਦੇ ਵਿੱਚ ਆ कि एक कुड़ी अपनी मां नूं कह रही आ कि भावें मैनू कंडियाली थोर बना दे, भावें पत्थर बना दे, जो मर्जी समझ, पर मैनू एक जीण दा मौका दे, मैनू एक प्यार दे थोड़ा जिहा। मैं तो वो कंडियाली थोर की, मैं एक फुੱਲ वांग जीऊँगी, ठंडी छां देऊँगी तुहानू। ते अजकल हो भी इदां ही रहा। मुंडे ते कुड़ी दा जिहड़ा फर्क है ना, इहने साडे समाज नू बहुता अगे नहीं वधण दिता, है ना। जिस दिन ये फर्क खत्म हो गया, उस दिन तुसी देखियो कि साडा समाज बहुत तरक्की करेगा। चलो आपां पोएम ते आने आ। ये पोएम आ कि मैं भावें कंडियाली थोर, भावें हाँ मैं एक धरेक, नी अम्मीए भावें वेड़े दे विच दे दे थोड़ी जही तां, फिर भी एक दिन करांगी मैं तैनू ठंडड़ी छां। नी अम्मीए मैं तां तेरे प्यार दी भुखी, बाबल दे हाँ दुलार दी भुखी, थोड़े जहे सत्कार दी भुखी। अम्मीए नी तू मैनू अपना ला, गल अपने नाल मैनू ला ला, बन के जीवां मैं तेरा परछावां, बापू दा मैं उच्चा करां सिरनावां। नी मां तू तां ममता दा घनश्यामा बूटा, फिर भी धी दी लैंदी क्यों सिसकी होका। मैं एक मिनट इस पोएम का मतलब दसदी हाँ पहला कि जिहड़ियां धी पैदा हुंदी ना, जदों वो माँ बाप नूं बच्चा अपना उन्ना ही प्यारा हुंदा। वो अड़ोस पड़ोस रिश्तेदार आके ये तां जी पत्थर आ गया, मुंडा होना चाहिए, नहीं एक मुंडा होना चाहिए, बहुत जरूरी आ, जरूरी आ। समाज नूं चलाउण लई मेल एंड फीमेल इक्वल क्वांटिटी विच होने चाहिए आ। पर जे तुसी कुड़ियां नूं चाहोगे नहीं तो मुंडियां नूं विआहोगे कित्थे, है ना। जदों हुण चलो थोड़ा जिहा स्ट्रिक्ट हो गए आ, कुड़ियां नूं तां जम्मदियां ही मार दित्ता जांदा सीगा, है ना। ते इस तो अगे पोएम आ, नी मां तू ममता दा घनश्यामा बूटा, फिर भी धी दी सिसकी लैंदी हौका, तेरी गोदी विच सिर रख के मैं लोरी तेरी सुनना चाहती हाँ, बापू दे मोढे ते बह के दुशहरे दे बुत देखना चाहती हाँ। जद मैं जम्मी किसे आख्या पत्थर आया, किसे ने आख्या तुसा ने इनू क्यों अपनाया। मेरा की कसूर सी अम्मीए, ये तो दुनिया दा दस्तूर नहीं अम्मीए, तू भी अम्मीए किसे दी जाई, धी राणी तो नू राणी बन के आई। नी अम्मीए मेरा की कसूर, ये तो दुनिया दा दस्तूर। एक जम्मी फिर दूजी जम्मी, तीजी वारी मेरी आई, दुनिया आख्या ये तां कंडियाली थोर है आई। बचपन दी एक गल मैं दसां, बचपन दी एक गल मैं दसां, किसे दे फुੱਲ नूं खेडदियां मैथों धक्का वज्जा। फुੱਲ जिहड़ा आ पुੱਤ नूं कहा जांदा, धी नूं कंडियाली थोर कहा जांदा। ये सी साडे पड़ोस विच एक हुंदी सी, असीं बहुत, मैं छोटी सी उदों, मेरे मतलब फादर ने ये गल इन्नी नोट करके रखी सी। किसे दियां ना 4 बेटियां सीगियां ते उन्हां दे गुआंढ विच मुंडे दा विआह होया, उन्हां दे पहला ही जिहड़ा बच्चा होया वो बेटा होया। ते उन्हां नूं होया भी साडे मुंडा, कुड़ियां नूं कहना भी ना ना मेरे मुंडे नूं सੱਟ ना वजे, मेरे मुंडे नूं आ ना हो जे, ये तां अंब दा बूटा आ, तेरियां तां धरेकां ये तां उद्दां ही पल जाणियां आ। उन्होंने कह के इन्ना कीता कि उन्होंने 5वां बेटा पैदा किया, 5 बच्चे। तो वो सी कि एक पियोन, पियोन ने देखो किद्दां बेटियां विआहियां होणगियां, बेटा पैदा करन लई उन्हें धीआं मारियां भी होणगियां कुख विच, है ना। तो जाके 5वां बच्चा उहदा बेटा पैदा होया।
ਉਹਦੇ ਤੋਂ ਇਹ ਜਿਵੇਂ ਮੇਰੇ ਫਾਦਰ ਦੇ ਦਿਮਾਗ ਵਿੱਚ ਇਹ ਚੀਜ਼ ਸੀ ਤੇ ਉਹਨਾਂ ਨੇ ਇਹ ਗੱਲ ਫਿਰ ਲਿਖਾਈ ਉਹਦੇ ਵਿੱਚ ਲਿਖਾਈ ਮਤਲਬ ਮੈਂ ਜਦੋਂ ਪੋਇਮ ਬੋਲਦੀ ਸੀ ਤਾਂ ਫਾਦਰ ਨੇ ਕਹਿਣਾ ਮੈਂ ਬੋਲਦਾ ਤੂੰ ਲਿਖ ਆਹ ਚੀਜ਼ਾਂ ਲਿਖੀਏ ਫਿਰ ਡਿਸਕਸ ਕਰਨੀਆਂ ਕਿ ਆਹ ਲਿਖ ਦੇਈਏ ਹਾਂ ਲਿਖ ਦਿਓ ਚਲੋ ਹੈ ਨਾ। ਬਚਪਨ ਦੀ ਇੱਕ ਗੱਲ ਮੈਂ ਦੱਸਾਂ ਕਿਸੇ ਦੇ ਫੁੱਲ ਨੂੰ ਖੇਡਦਿਆਂ ਮੈਥੋਂ ਧੱਕਾ ਵੱਜਾ, ਫੁੱਲ ਦੀ ਦਾਦੀ ਗੁੱਸੇ ਦੇ ਵਿੱਚ ਸਾਡੇ ਘਰ ਫਿਰ ਆਈ, ਨਾਲੇ ਉਹਨੇ ਦਿੱਤਾ ਉਲਾਮਾ ਨਾਲੇ ਠਾ ਕਰਦੀ ਇੱਕ ਚਪੇੜ ਵੀ ਆਈ। ਬੱਚੇ ਦੇ ਚਪੇੜ ਮਾਰੀ ਮੁੰਡੇ ਦੀ ਦਾਦੀ ਨੇ, ਠਾ ਕਰਦੀ ਇੱਕ ਚਪੇੜ ਵੀ ਆਈ, ਬਾਹੋਂ ਫੜ ਕੇ ਮੇਰੀ ਮਾਂ ਨੂੰ ਬੋਲੀ ਨੀ ਤੂੰ ਤਾਂ ਧਰੇਕਾ ਪਾਲਣ ਜੋਗੀ, ਤੈਨੂੰ ਕੀ ਪਤਾ ਅੰਬ ਦਾ ਬੂਟਾ ਕਿਵੇਂ ਹੈ ਪਲਦਾ। ਅੱਜ ਵੀ ਉਹਦਾ ਉਹ ਬੋਲ ਮੇਰੇ ਸੀਨੇ ਵਿੱਚ ਅੱਗ ਬਣ ਕੇ ਬਲਦਾ। ਅੰਮੀਏ ਨੀ ਮੈਂ ਇੱਕ ਗੁਜ਼ਾਰਿਸ਼ ਕਰਦੀ, ਤੇਰੀ ਹੀ ਧੀ ਹਾਂ ਤੈਨੂੰ ਹੀ ਸਿਫਾਰਿਸ਼ ਕਰਦੀ, ਮਾਏ ਨੀ ਤੂੰ ਦੇਖ ਭਰੋਸਾ ਕਰਕੇ ਫੁੱਲ ਨਾ ਸਹੀ ਜੀਵਾਂਗੀ ਇੱਕ ਕੈਕਟਸ ਬਣ ਕੇ। ਮੈਂ ਭਾਵੇਂ ਕੰਡਿਆਲੀ ਥੋਰ ਭਾਵੇਂ ਹਾਂ ਮੈਂ ਇੱਕ ਧਰੇਕ, ਪਰ ਮੈਂ ਤਾਂ ਮੰਗਦੀ ਹਾਂ ਥੋੜ੍ਹੀ ਜਿਹੀ ਥਾਂ, ਕੈਕਟਸ ਦੀ ਵੀ ਤਾਂ ਹੁੰਦੀ ਹੈ ਛਾਂ। ਨੀ ਮਾਂ ਤੈਥੋਂ ਨਾ ਮੈਂ ਗੋਡੀ ਮੰਗਾ ਨਾ ਮੈਂ ਮੰਗਾ ਪਾਣੀ, ਸੀਨੇ ਨਾਲ ਤੂੰ ਆਪਣੇ ਲਾਲਾ ਮੈਂ ਤਾਂ ਤੇਰੀ ਹਾਂ ਧੀ ਰਾਣੀ। ਅੰਮੀਏ ਮੈਂ ਤਾਂ ਤੇਰੇ ਪਿਆਰ ਦੀ ਭੁੱਖੀ, ਬਾਬਲ ਦੇ ਹਾਂ ਦੁਲਾਰ ਦੀ ਭੁੱਖੀ, ਥੋੜ੍ਹੇ ਜਿਹੇ ਸਤਿਕਾਰ ਦੀ ਭੁੱਖੀ। ਅੰਮੀਏ ਫੁੱਲ ਤਾਂ ਤੈਥੋਂ ਰਾਖੀ ਮੰਗਦੇ, ਫੁੱਲ ਤਾਂ ਤੈਥੋਂ ਰਾਖੀ ਮੰਗਦੇ, ਕੈਕਟਸ ਤਾਂ ਆਪੇ ਹੀ ਪਲਦੇ। ਧੀਆਂ ਨੂੰ ਤਾਂ ਧਰੇਕਾਂ ਕਹਿੰਦੇ ਧਰੇਕਾਂ ਦੀ ਫਿਰ ਛਾਵੇਂ ਬਹਿੰਦੇ, ਧੀਆਂ ਨੂੰ ਤਾਂ ਧਰੇਕਾਂ ਕਹਿੰਦੇ ਧਰੇਕਾਂ ਦੀ ਫਿਰ ਛਾਵੇਂ ਬਹਿੰਦੇ। ਅੰਮੀਏ ਤੂੰ ਬਸ ਇੱਕ ਪਿਆਰ ਤਾਂ ਦੇ ਦੇ, ਅਸੀਂ ਫੁੱਲ ਨਾ ਸਹੀ ਅਸੀਂ ਕੈਕਟਸ ਬਣ ਕੇ ਹੀ ਜੀਂਦੇ। ਅੰਮੀਏ ਤੂੰ ਇੱਕ ਥੋੜ੍ਹਾ ਜਿਹਾ ਪਿਆਰ ਤਾਂ ਦੇ ਦੇ। ਕੈਕਟਸ ਵੀ ਰੇਗਿਸਤਾਨ ਦੀ ਸ਼ਾਨ ਨੇ ਹੁੰਦੇ, ਕਿਸੇ ਦੇ ਘਰ ਦੀ ਆਨ ਬਾਨ ਤੇ ਕਿਸੇ ਦੀ ਉਹ ਸ਼ਾਨ ਨੇ ਹੁੰਦੇ। ਅੰਮੀਏ ਤੂੰ ਸਾਨੂੰ ਕੈਕਟਸ ਸਮਝ ਕੇ ਹੀ ਇੱਕ ਪਿਆਰ ਦੇ ਦੇ, ਵਿਹੜੇ ਦੇ ਵਿੱਚ ਥੋੜ੍ਹੀ ਜਿਹੀ ਥਾਂ ਦੇ ਦੇ। ਅਸੀਂ ਫੁੱਲ ਨਾ ਸਹੀ ਅਸੀਂ ਕੈਕਟਸ ਬਣ ਕੇ ਹੀ ਜੀਵਾਂਗੇ, ਅਸੀਂ ਕੈਕਟਸ ਬਣ ਕੇ ਹੀ ਜੀਵਾਂਗੇ। ਸੋ ਇਹ ਸੀ ਕੈਕਟਸ ਪੋਇਮ। ਇਸ ਪੋਇਮ ਦਾ ਮਕਸਦ ਹੀ ਇਹ ਸੀਗਾ ਕਿ ਧੀਆਂ ਨੂੰ ਵੀ ਪਿਆਰ ਦਿਓ। ਜਦੋਂ ਨਾ ਬੁਢਾਪੇ ਦੇ ਵਿੱਚ ਮੈਂ ਇਹ ਕਹਿੰਦੀ ਹੁੰਦੀ ਹਾਂ, ਮੈਂ ਕਦੀ ਵੀ ਮੇਰੀਆਂ 2 ਬੇਟੀਆਂ ਆ, ਮੈਂ ਕਦੀ ਫਰਕ ਨਹੀਂ ਕੀਤਾ ਬੇਟੇ ਤੇ ਬੇਟੀ ਵਿੱਚ। ਜਦੋਂ ਕੋਈ ਪੁੱਛਦਾ ਆ ਮੈਨੂੰ ਬੜੇ ਜਾਣੇ ਪੁੱਛਦੇ ਆ ਕਿ ਤੁਹਾਡੀਆਂ 2 ਬੇਟੀਆਂ ਤੁਹਾਡਾ ਦਿਲ ਨਹੀਂ ਕੀਤਾ ਕਿ ਅਸੀਂ ਤੀਜਾ ਬੇਟਾ ਪੈਦਾ ਕਰੀਏ, ਤੁਹਾਨੂੰ ਲੱਗਦਾ ਨਹੀਂ ਕਿ ਬੇਟਾ ਜ਼ਰੂਰੀ ਆ ਹੈ ਨਾ। ਮੈਂ ਕਿਹਾ ਹੋਣਾ ਚਾਹੀਦਾ, ਬੇਟਾ ਵੀ ਹੋਣਾ ਚਾਹੀਦਾ, ਬੇਟੀਆਂ ਵੀ ਹੋਣਾ ਚਾਹੀਦੀਆਂ ਹੈ ਨਾ। ਪਰ ਜੇ ਰੱਬ ਨੇ ਸਾਨੂੰ 2 ਬੇਟੀਆਂ ਦੇਤੀਆਂ ਤਾਂ ਅਸੀਂ ਕਿਉਂ ਇਹਨਾਂ ਵਿੱਚ ਫਰਕ ਕਰੀਏ ਕਿ ਇਹ ਬੇਟੇ ਨਹੀਂ ਗੇ ਇਹ ਬੇਟੀਆਂ ਆ ਇਹ ਧੀਆਂ ਆ ਹੈ ਨਾ। ਬੇਟਾ ਹੋਣਾ ਵੀ ਬਹੁਤ ਜ਼ਰੂਰੀ ਆ, ਬੇਟੀ ਹੋਣੀ ਵੀ ਬਹੁਤ ਜ਼ਰੂਰੀ ਆ। ਪਰ ਜੋ ਰੱਬ ਨੇ ਤੁਹਾਨੂੰ ਦਿੱਤਾ, ਅੱਜ ਕੱਲ੍ਹ ਮਹਿੰਗਾਈ ਦੇ ਜ਼ਮਾਨੇ ਵਿੱਚ 2 ਬੱਚੇ ਹੀ ਮਸੀਂ ਪਾਲ ਪੋਸ ਕੇ ਪੜ੍ਹਾ ਲਿਖਾ ਕੇ ਉਹਨਾਂ ਨੂੰ ਅੱਛੇ ਸੰਸਕਾਰ ਦਿੱਤੇ ਜਾਂਦੇ ਆ। ਬੱਚਿਆਂ ਦੇ ਮੈਂ ਇਹ ਅਕਸਰ ਗੱਲ ਕਰਦੀ ਹੁੰਦੀ ਹਾਂ ਕਿ ਜਾਂ ਮੁੰਡਾ ਹੋਵੇ ਜਾਂ ਕੁੜੀ ਹੋਵੇ, ਬੱਚਿਆਂ ਦੇ ਸੰਸਕਾਰ ਜਿਹੜੇ ਆ ਨਾ ਉਹ ਅੱਛੇ ਹੋਣ। ਅਸੀਂ ਜਦੋਂ ਛੋਟੇ ਹੁੰਦੇ ਸੀਗੇ ਨਾ, ਇੱਕ ਮਨ ਵਿੱਚ ਨਾ ਹਊਆ ਪੈਦਾ ਕਰ ਦਿੱਤਾ ਜਾਂਦਾ ਸੀ, ਵਿਆਹ ਹੋ ਜਾਊਗਾ ਸੱਸ ਗੁੱਤ ਪੱਟੂਗੀ, ਸੱਸ ਤੈਨੂੰ ਦੱਸੂ ਜਰਾ ਹੁਣ ਤੂੰ ਕੰਮ ਨਹੀਂ ਨਾ ਕਰਦੀ, ਸੱਸ ਤੇਰੇ ਤੋਂ ਕਰਾਊ ਕੰਮ। ਸੱਸ ਨੂੰ ਨਾ ਇੱਕ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ ਸੀਗਾ ਤੇ ਉਹ ਫਰਕ ਫਿਰ ਉੱਦਾਂ ਹੀ ਰਹਿ ਜਾਂਦਾ ਸੀ। ਉਹਦੇ ਦਿਮਾਗ ਵਿੱਚ ਵੀ ਇਹੀ ਚੀਜ਼ ਚੱਲਦੀ ਸੀ ਕਿ ਮੇਰੀ ਮਾਂ ਨਹੀਂ ਮੇਰੀ ਸੱਸ ਆ, ਮੈਨੂੰ ਝਿੜਕਦੀ ਆ ਇਹ, ਨਹੀਂ ਮੈਨੂੰ ਨਹੀਂ ਝਿੜਕ ਸਕਦੀ ਹੈ ਨਾ। ਫਿਰ ਉਹ ਕਲੇਸ਼ ਹੁੰਦਾ ਸੀ, ਲੜਾਈ ਹੁੰਦੀ ਸੀ। ਜਦੋਂ ਨਾ ਤਾਂ ਸੱਸ ਨੂੰ ਉਹਨੂੰ ਧੀ ਬਣਾਉਂਦੀ ਸੀ, ਨਾ ਧੀ ਨੂੰ ਉਹਨੂੰ ਸੱਸ ਬਣਾਉਂਦੀ ਸੀਗੀ, ਉਹ ਫਰਕ ਇੱਦਾਂ ਹੀ ਚੱਲਦਾ ਜਾਂਦਾ ਸੀਗਾ। ਬੁਢਾਪੇ ਵਿੱਚ ਕਈ ਵਾਰੀ ਮਾਪਿਆਂ ਨੂੰ ਪੁੱਤ ਪੁੱਛਣੋਂ ਹੀ ਹਟ ਜਾਂਦੇ ਸੀ ਇਸ ਕਲੇਸ਼ ਦਾ ਕਰਕੇ। ਅਤੇ ਫਿਰ ਜਦੋਂ ਪੁੱਤ ਨਹੀਂ ਪੁੱਛਦੇ ਕੌਣ ਸਾਂਭਦਾ? ਧੀਆਂ। ਇਹੀ ਇਸ ਪੋਇਮ ਦੇ ਵਿੱਚ ਲਿਖਿਆ, ਧੀਆਂ ਨੂੰ ਤਾਂ ਧਰੇਕਾਂ ਕਹਿੰਦੇ ਧਰੇਕਾਂ ਦੀ ਫਿਰ ਛਾਵੇਂ ਬਹਿੰਦੇ ਹੈ ਨਾ। ਪਲੀਜ਼ ਮੇਰੀ ਇਸ ਚੀਜ਼ ਨੂੰ ਕੋਈ ਮਾਈਂਡ ਨਾ ਕਰਿਓ, ਪਰ ਇਹ ਇੱਕ ਸੱਚਾਈ ਆ ਹੈ ਨਾ। ਸੱਚਾਈ ਸਮਝ ਕੇ ਸਾਨੂੰ ਇਸ ਚੀਜ਼ ਨੂੰ ਅਪਣਾਉਣਾ ਚਾਹੀਦਾ, ਸਾਨੂੰ ਫਰਕ ਨਹੀਂ ਕਰਨਾ ਚਾਹੀਦਾ ਧੀਆਂ ਅਤੇ ਪੁੱਤਾਂ ਵਿੱਚ। ਸੋ ਮੇਰੇ ਅੱਜ ਦੇ ਵਲੌਗ ਦਾ ਇਹ ਮਕਸਦ ਸੀਗਾ। ਇਹ
ਪੋਇਮ ਮੈਂ ਛੋਟੀ ਜਿਹੀ ਤਾਂ ਨਹੀਂ ਹੈਗੀ, 5-6 ਮਿੰਟ ਦੀ ਆ। ਇਹਨੂੰ ਪਾ ਰਹੀ ਹਾਂ, ਮੈਂ ਅਪਲੋਡ ਕਰ ਰਹੀ ਹਾਂ ਇਸ ਵਲੌਗ ਨੂੰ, ਅਤੇ ਤੁਸੀਂ ਪਲੀਜ਼ ਦੇਖਿਓ, ਕਮੈਂਟ ਕਰਿਓ ਤੁਹਾਨੂੰ ਕਿੱਦਾਂ ਦਾ ਲੱਗਾ, ਅਤੇ ਮੇਰੇ ਆਈਡੀਆਜ਼, ਮੇਰੀਆਂ ਗੱਲਾਂ ਤੁਹਾਨੂੰ ਕਿਵੇਂ ਲੱਗੀਆਂ, ਬੋਰ ਤਾਂ ਨਹੀਂ ਹੋਏ ਤੁਸੀਂ, ਹੈ ਨਾ। ਸੋ ਇਸੇ ਤਰ੍ਹਾਂ ਅਸੀਂ ਮਿਲਾਂਗੇ ਨੈਕਸਟ ਵਲੌਗ ਵਿੱਚ। ਓਕੇ ਜੀ, ਬਾਏ ਬਾਏ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।